ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਰਾਜਾ ਸ਼ਿਵਨਾਰ, ਜੇਕਰ ਇਹਨਾਂ ਸੰਸਾਰ ਦੀਆਂ ਕਲੇਸ਼ਾਂ ਤੋਂ ਬਚਣਾ ਹੈ ਤੇ ਮਨ ਨਿਰਮਲ ਕਰਨਾ ਪਵੇਗਾ, ਤਾਂ ਨਿਰਮਲ ਕਰਨਾ ਪਵੇਗਾ। ਕਹਿਣ ਲੱਗਾ, ਮਹਾਰਾਜ ਇਹ ਕਿਵੇਂ ਹੋਵੇਗਾ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਣ ਲੱਗੇ ਕਿ ਮਨ ਨਿਰਮਲ ਔਰ ਤਨ ਨਿਰਮਲ ਕਰਨ ਵਾਸਤੇ ਦੋ ਯੋਗ ਹਨ। ਇੱਕ ਨੂੰ ਕਸ਼ਟ ਯੋਗ ਕਿਹਾ ਜਾਂਦਾ ਹੈ, ਇੱਕ ਨੂੰ ਭਗਤ ਯੋਗ ਕਿਹਾ ਜਾਂਦਾ ਹੈ। ਇਹਨਾਂ ਦਾ ਧਾਰਨੀ ਹੋਣਾ ਪਵੇਗਾ, ਇਹਨਾਂ ਦੇ ਗੁਣਾਂ ਦਾ ਧਾਰਨੀ ਹੋਣਾ ਪਵੇਗਾ। ਰਾਜੇ ਸ਼ਿਵਨਾਰ ਨੇ ਹੱਥ ਜੋੜੇ ਨੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ, ਮਹਾਰਾਜ ਮੈਨੂੰ ਇੰਨਾ ਗਿਆਨ ਨਹੀਂ ਕਿ ਮੈਂ ਕਸ਼ਟ ਯੋਗ ਔਰ ਭਗਤ ਯੋਗ ਦੀ ਬਾਬਤ ਜਾਣਦਾ ਹੋਵਾਂ। ਕਿਰਪਾ ਕਰਕੇ ਆਪ ਜੀ ਮੈਨੂੰ ਇਹਨਾਂ ਦੀ ਬਾਬਤ, ਇਹਨਾਂ ਦੇ ਲੱਛਣਾਂ ਦੁਆਰਾ ਮੈਨੂੰ ਖੁੱਲ੍ਹ ਕੇ ਦੱਸਣਾ ਕਰੋ। ਕਸ਼ਟ ਯੋਗ ਔਰ ਭਗਤ ਯੋਗ ਹੁੰਦਾ ਕੀ ਹੈ? ਮਹਾਰਾਜ ਕਹਿਣ ਲੱਗੇ, ਰਾਜਾ ਸ਼ਿਵਨਾਰ ਸੁਣ, ਫਿਰ ਪਹਿਲਾਂ ਤੈਨੂੰ ਕਸ਼ਟ ਯੋਗ ਬਾਰੇ ਦੱਸਦੇ ਹਾਂ। ਕਸ਼ਟ ਯੋਗ ਦੇ 8 ਅੰਗ ਹੁੰਦੇ ਨੇ, ਜਿਵੇਂ ਕਿ ਜਾਮ ਹੈ, ਨੇਮ ਹੈ, ਪ੍ਰਾਣਾਯਾਮ ਹੈ, ਸ਼ਾਂਤੀ, ਧਿਆਨ, ਧਾਰਨਾ ਆਦਿਕ। ਇਸ ਦੇ 10 ਲੱਛਣ ਹੁੰਦੇ ਨੇ, 10 ਹਿੱਸੇ ਨੇ। ਸਤਿਗੁਰਾਂ ਨੇ ਕੱਲ ਉਸ ਨੂੰ ਜਾਮ ਬਾਰੇ ਦੱਸਿਆ ਹੈ ਕਿ ਜਾਮ ਦੇ ਵਿੱਚ ਕਦੇ ਵੀ ਹਿੰਸਾ ਨਹੀਂ ਕਰਨੀ। ਉਹ ਭਾਵੇਂ ਮਨ ਕਰਕੇ ਕਿਸੇ ਦਾ ਬੁਰਾ ਸੋਚਣਾ ਹੋਵੇ, ਭਾਵੇਂ ਉਹ ਬਾਣੀ ਕਰਕੇ ਕਿਸੇ ਨੂੰ ਕੌੜਾ ਬੋਲਣਾ ਹੋਵੇ, ਭਾਵੇਂ ਉਹ ਸਰੀਰ ਕਰਕੇ ਕਿਸੇ ਦੇ ਹੱਥੇ ਉੱਪਰ ਵਾਰ ਕਰਨਾ ਹੋਵੇ, ਭਾਵ ਜਬ ਜੋਰੂ ਤੇ ਜ਼ਮੀਨ ਦੀ ਖਾਤਰ ਕਦੇ ਵੀ ਹਿੰਸਾ ਨਹੀਂ ਕਰਨੀ। ਹਿੰਸਕ ਬਣ ਕੇ ਰਹਿਣਾ। ਦੂਸਰਾ, ਕਦੇ ਵੀ ਝੂਠ ਨਹੀਂ ਬੋਲਣਾ। ਜੀਵਨ ਅੰਦਰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸੱਚ ਦਾ ਸਹਾਰਾ ਲੈਣਾ ਹੈ, ਝੂਠ ਦਾ ਸਹਾਰਾ ਨਹੀਂ ਲੈਣਾ। ਵਿਸ਼ੇ ਵਿਕਾਰਾਂ ਨੂੰ ਤਿਆਗ ਦੇਣਾ ਹੈ। ਰਾਜਾ ਸ਼ਿਵਨਾਰ, ਜਿਹੜੀ ਕਾਮ ਸ਼ਕਤੀ ਹੈ ਨਾ, ਕਲਯੁਗ ਦੇ ਭਿਆਨਕ ਸਮੇਂ ਅੰਦਰ ਜੋ ਕਲਯੁਗ ਦਾ ਮਹਾਨ ਯੋਧਾ ਹੈ, ਉਹ ਕਾਮ ਹੈ। ਜਿਸ ਕਾਮ ਨੂੰ ਲੈ ਕਰਕੇ ਵੱਡੇ ਵੱਡੇ ਦੇਵੀ ਦੇਵਤੇ, ਜਪੀ ਤਪੀ ਤਪੀਸਰ ਆਪਣੇ ਆਪ ਨੂੰ ਜਤੀ ਸਤੀ ਕਹਾਉਣ ਵਾਲੇ ਡੋਲ ਗਏ। ਚੰਗਿਆਂ ਚੰਗਿਆਂ ਦੇ ਪੈਰ ਉਖਾੜ ਦਿੰਦਾ ਹੈ। ਇਹਨੂੰ ਕਦੇ ਵੀ ਮਨ ਦੇ ਅੰਦਰ ਧਾਰਨ ਨਹੀਂ ਕਰਨਾ। ਜਿਹੜਾ ਇਹ ਕਾਮ ਹੈ 8 ਪ੍ਰਕਾਰ ਦਾ ਹੁੰਦਾ ਹੈ। ਜਿਵੇਂ ਕਿ ਕਿਸੇ ਪੱਕ ਇਸਤਰੀ ਦੀ ਬਾਬਤ ਸੋਚੀ ਜਾਣਾ, ਇਹ ਵੀ ਕਾਮ ਹੈ। ਉਸ ਦੀਆਂ ਗੱਲਾਂ ਕਰਨੀਆਂ, ਇਹ ਵੀ ਕਾਮ ਹੈ। ਕਿਸੇ ਤੋਂ ਉਸ ਔਰਤ ਬਾਰੇ ਸੁਣਨਾ, ਇਹ ਵੀ ਕਾਮ ਹੈ। ਸਰੀਰਾਂ ਦਾ ਸਪਰਸ਼, ਇਹ ਵੀ ਕਾਮ ਹੈ। ਆਦਿਕ ਜੋ ਵਿਸ਼ੇ ਵਿਕਾਰ ਭੋਗਣੇ ਹਨ, ਇਹ ਸਾਰਾ ਕੁਝ ਹੀ ਕਾਮ ਹੈ। ਇਸ ਗੰਧਲੇ ਪਾਣੀ ਨੂੰ ਆਪਣੇ ਮਨ ਦੇ ਨੇੜੇ ਨਹੀਂ ਆਉਣ ਦੇਣਾ। ਇਹਨਾਂ ਦੀ ਮੈਲ ਨਾਲ ਆਪਣਾ ਮਨ ਮੈਲਾ ਨਹੀਂ ਕਰਨਾ। ਇਸੇ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਇਹਨਾਂ ਲੱਛਣਾਂ ਬਾਰੇ ਕਿ ਸਬਰ ਸੰਤੋਖ ਦਾ ਜੀਵਨ ਬਤੀਤ ਕਰਨਾ ਹੈ। ਅਗਰ ਕੋਈ ਚੀਜ਼ ਪ੍ਰਾਪਤ ਨਹੀਂ ਹੁੰਦੀ, ਮਿਹਨਤ ਨਹੀਂ ਕਰਦਾ, ਉਸ ਨੂੰ ਸਬਰ ਨਹੀਂ ਕਰਨਾ। ਆਪਣੀ ਮਰਜ਼ੀ ਦੇ ਨਾਲ ਪਾਟੇ ਜਿਹੇ ਕੱਪੜੇ ਪਾ ਕਰਕੇ, ਟੁੱਟੀ ਜਿਹੀ ਜੁੱਤੀ ਪਾ ਕਰਕੇ ਆਪਣੇ ਆਪ ਨੂੰ ਸਬਰ ਸੰਤੋਖੀ ਦੱਸੀ ਜਾਵੇ, ਇਹ ਸਬਰ ਨਹੀਂ ਹੁੰਦਾ। ਸਬਰ ਤਾਂ ਉਹ ਹੁੰਦਾ ਹੈ ਕਿ ਜਿੰਨਾ ਪਰਮੇਸ਼ਰ ਨੇ ਦੇ ਦਿੱਤਾ, ਉਹਦੇ ਭਾਣੇ ਦੇ ਵਿੱਚ ਉਸ ਨੂੰ ਖੁਸ਼ ਕਰਕੇ ਪ੍ਰਾਪਤ ਕਰਨਾ, ਉਸ ਨੂੰ ਗ੍ਰਹਿਣ ਕਰਨਾ। ਜੋ ਨਾ ਮਿਲਿਆ ਉਹਦਾ ਦੁੱਖ ਨਾ ਕਰਨਾ, ਜੋ ਮਿਲ ਚੁੱਕਾ ਹੈ ਉਹਦਾ ਹੰਕਾਰ ਨਾ ਕਰਨਾ। ਦਰਅਸਲ ਇਸ ਨੂੰ ਸਬਰ ਸੰਤੋਖ ਦੀ ਜ਼ਿੰਦਗੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੰਗਲਾ ਦੀਪ ਦੇ ਰਾਜੇ ਸ਼ਿਵਨਾਰ ਨੂੰ ਸਮਝਾ ਰਹੇ ਨੇ ਕਸ਼ਟ ਯੋਗ ਬਾਰੇ। ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ ਜੋ ਆਉਣ ਵਾਲਾ ਗੁਰ ਇਤਿਹਾਸ ਹੈ। ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰੀਏ, ਗੁਰੂ ਦਾ ਇਤਿਹਾਸ ਸ਼ਰਧਾ ਭਾਵਨਾ ਦੇ ਨਾਲ, ਨਿਮਰਤਾ ਦੇ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਜਾਏ ਪੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਰਾਜਾ ਸ਼ਿਵਨਾਰ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਹੈ, ਉਸੇ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰੇ। ਹਰਿ ਕੈ ਮਨ ਸੁਖ ਪਾਏ। ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ ਤੇ ਤਾਂ ਹੀ ਮਨ ਨੂੰ ਸੁਖ ਪ੍ਰਾਪਤ ਹੋਵੇਗਾ। ਤੀਸਰ ਆਸਤਕ ਬੁੱਧ ਹੈ। ਤੀਸਰੀ ਜੋ ਆਸਤਕ ਬੁੱਧ ਹੈ, ਸ਼ਰਧਾ ਭਾਵਨਾ ਪ੍ਰੇਮ ਵਾਲੀ ਹੈ। ਗੁਰਮਤਿ ਦ੍ਰਿੜ ਨਿਸ਼ਚਾਏ। ਐਸੀ ਆਸਤਕ ਬੁੱਧੀ ਦਾ ਧਾਰਨੀ ਹੋਵੇ, ਨਾ ਕਿ ਨਾਸਤਕ ਬੁੱਧੀ ਦਾ ਧਾਰਨੀ ਹੋਵੇ। ਗੁਰ ਇਤਿਹਾਸ ਉੱਪਰ, ਗੁਰੂ ਕਰਾਮਾਤਾਂ ਉੱਪਰ ਕਦੇ ਵੀ ਗੁਰੂ ਦੇ ਬਾਣੀ ਔਰ ਬਾਣੇ ਉੱਪਰ ਸ਼ੰਕਾ ਨਾ ਕਰੇ। ਨਾਸਤਕ ਨਾ ਹੋਵੇ, ਆਸਤਕ ਬੁੱਧੀ ਦਾ ਧਾਰਨੀ ਹੋਵੇ ਮਨੁੱਖ, ਜੋ ਗੁਰੂ ਦੀਆਂ ਦਾਤਾਂ ਨੂੰ, ਗੁਰੂ ਦੇ ਵੱਲੋਂ ਕੀਤੇ ਗਏ ਕੌਤਕਾਂ ਨੂੰ, ਗੁਰੂ ਦੇ ਇਤਿਹਾਸ ਨੂੰ, ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਅੰਦਰ ਦ੍ਰਿੜ ਕਰਕੇ ਸੱਚ ਕਰਕੇ ਜਾਣਨਾ ਕਰੇ। ਜੋ ਪਈ ਚੌਥੇ ਦਾਨ ਦੀਨ ਕੋ ਦਾਤਾ। ਮਹਾਰਾਜ ਦੱਸਣ ਲੱਗੇ ਨੇ ਕਿ ਭਾਈ ਜੋ ਦਾਨ ਦੇਣ ਦੀਆਂ ਵਿਧੀਆਂ ਨੇ, ਇਹ ਚੌਥੇ ਪ੍ਰਕਾਰ ਅੰਦਰ ਇਸ ਤਰ੍ਹਾਂ ਨੇ। ਕਾਮ ਰਾਜ ਸਤਗੁਣ ਤਹਿ ਤ੍ਰੈ ਪਾਤਾ। ਜਿਹੜਾ ਦਾਨ ਦੇਣਾ ਹੁੰਦਾ ਹੈ, ਇਹ ਤਿੰਨ ਪ੍ਰਕਾਰਾਂ ਦਾ ਹੁੰਦਾ ਹੈ। ਇੱਕ ਰਜੋ ਹੈ, ਤਮੋ ਹੈ, ਸਤੋ ਹੈ। ਕਲਹੇ ਕ੍ਰੋਧ ਸੋ ਬਿਨ ਸੁਭ ਕਾਲਾ। ਕਹਿੰਦੇ ਨਾ ਚੰਗਾ ਸਮਾਂ ਵਿਚਾਰੇ, ਕ੍ਰੋਧ ਕਰੇ, ਗੁੱਸੇ ਹੋ ਕਰਕੇ ਦਾਨ ਦੇਵੇ। ਕੋਈ ਮੰਗਤਾ ਕੋਈ ਚੀਜ਼ ਮੰਗ ਲਵੇ, ਦਾਨ ਮਾਇਆ ਮੰਗ ਲਵੇ, ਆਟੇ ਦੀ ਕੌਲੀ ਮੰਗ ਲਵੇ, ਦਾਨ ਦੇਵੇ ਵੀ, ਪਰ ਦੇਵੇ ਵੀ ਗਾਲਾਂ ਕੱਢਦਾ ਕੱਢਦਾ। ਗੁੱਸੇ ਹੁੰਦਾ ਹੁੰਦਾ ਕੌੜੇ ਬੋਲ ਬੋਲਦਾ, ਉਸ ਨੂੰ ਦਾਨ ਦੇਵੇ। ਇਸ ਨੂੰ ਮਹਾਰਾਜ ਕਹਿੰਦੇ ਤਾਮਸੀ ਦਾਨ ਕਹਿੰਦੇ ਹਨ। ਤੇਜ ਤਾਮਸੀ ਰੀਤ ਵਿਸਾਲਾ। ਜਿਹੜੇ ਲੋਕ ਕ੍ਰੋਧ ਦੇ ਸਹਿਤ ਹੋ ਕਰਕੇ ਦਾਨ ਦਿੰਦੇ ਨੇ, ਕਿਸੇ ਨੂੰ ਖਾਲੀ ਵੀ ਨਹੀਂ ਮੁੜਨ ਦਿੰਦੇ, ਪਰ ਉਸ ਨੂੰ ਉਹਦਾ ਨੀਵਾਂਪਣ ਵਿਖਾਉਂਦੇ ਨੇ, ਆਪਣਾ ਹੰਕਾਰ ਉਹਦੇ ਉੱਪਰ ਲਾਗੂ ਕਰਦੇ ਨੇ, ਉਹਨੂੰ ਜਿਤਾਉਂਦੇ ਨੇ। ਸਤਿਗੁਰੂ ਜੀ ਕਹਿੰਦੇ ਇਸ ਨੂੰ ਤਾਮਸੀ ਦਾਨ ਕਹਿੰਦੇ ਹਨ। ਜਿਹੜੇ ਲੋਕ ਆਪਣੀ ਵਡਿਆਈ ਵਾਸਤੇ, ਆਪਣੇ ਜਸ ਵਾਸਤੇ ਦਾਨ ਪੁੰਨ ਕਰਦੇ ਹਨ, ਰਾਜਸੀ ਫਲ ਲਗ ਜਾਣਾ। ਇਸ ਨੂੰ ਰਾਜਸੀ ਗੁਣ ਕਿਹਾ ਜਾਂਦਾ ਹੈ, ਰਜੋ ਗੁਣ ਕਿਹਾ ਜਾਂਦਾ ਹੈ। ਕਰਕੇ ਬਿਨੈ ਦੇਵ ਦਰ ਦੇਖੀ। ਔਰ ਜਿਹੜੇ ਲੋਕ ਕਿਸੇ ਦੁਖੀ ਨੂੰ ਵੇਖ ਕਰਕੇ ਆਪ ਉਹਦੇ ਕੋਲੇ ਚੱਲ ਕੇ ਜਾਣ, ਆਪ ਬੇਨਤੀ ਕਰਕੇ ਉਸ ਨੂੰ ਜੋ ਮਨ ਦਾ ਸ਼ਰਧਾ ਭਾਵਨਾ ਦਾ ਜਿੰਨੀ ਕੁ ਸਮਰੱਥਾ ਹੈ, ਉਸ ਪ੍ਰਕਾਰ ਜੋ ਦਾਨ ਦਿੰਦੇ ਨੇ। ਇਹੋ ਸਾਖੀ ਫਲਤ ਵਸੇਖੀ। ਇਸ ਨੂੰ ਹੀ ਬੜਾ ਚੰਗਾ ਸੁਭਾਅ ਸਤੋ ਗੁਣ ਸਾਧਕੀ ਦਾਨ ਕਹਿੰਦੇ ਹਨ। ਦੁਪਰਾ ਵਾਹਿਗੁਰੂ ਕੋ ਜਾਣ ਕੇ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਦਿੱਤਾ ਜਾਣ ਕੇ। ਸਭੇ ਪਦਾਰਥ ਦੇ। ਸਾਰੇ ਪਦਾਰਥ ਲੋਕਾਂ ਵਿੱਚ ਇਹ ਜਾਣ ਕੇ ਵੰਡੇ ਕਿ ਇਹ ਜੋ ਮੈਨੂੰ ਜੋ ਵੀ ਪ੍ਰਾਪਤ ਹੋਇਆ ਹੈ, ਇਹਦੇ ਵਿੱਚ ਮੇਰਾ ਕੁਝ ਵੀ ਨਹੀਂ। ਜਿੰਨਾ ਦਿੱਤਾ ਹੈ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੈ। ਨਾਨਕ ਨਾ ਆਪਣਾ ਮਾਨਈ। ਜਿੰਨਾ ਵੀ ਆਪਣਾ ਨਾਮ, ਰਾਈ ਦੇ ਦਾਣੇ ਜਿੰਨਾ ਵੀ ਆਪਣਾ ਨਾਮ ਨੇ, ਜਿੰਨਾ ਦਿੱਤਾ ਹੈ ਪਰਮੇਸ਼ਰ ਨੇ ਦਿੱਤਾ ਹੈ। ਇਹ ਸੋਚ ਕੇ ਜਿਹੜੇ ਲੋਕ ਦਾਨ ਕਰਦੇ ਨੇ, ਉਹਨਾਂ ਨੂੰ ਸਤੋ ਗੁਣ ਦੇ ਧਾਰਨੀ, ਸ਼ੁਭ ਗੁਣਾਂ ਦੇ ਧਾਰਨੀ ਕਿਹਾ ਜਾਂਦਾ ਹੈ। ਤਾਹੀ ਅੱਖੇ ਫਲ ਲਈ। ਤੇ ਫਿਰ ਪਰਮੇਸ਼ਰ ਉਹਨਾਂ ਨੂੰ ਐਸੀਆਂ ਵਸਤੂਆਂ, ਐਸੇ ਪਦਾਰਥ, ਐਸੇ ਜੀਵਨ ਅੰਦਰ ਸ਼ੁਭ ਗੁਣ ਬਖਸ਼ਿਸ਼ ਕਰਦਾ ਹੈ ਜੋ ਕਦੇ ਵੀ ਨਾਸ਼ ਨਹੀਂ ਹੁੰਦੇ, ਜਿਨ੍ਹਾਂ ਨੂੰ ਚੋਰ ਚੋਰੀ ਨਹੀਂ ਕਰ ਸਕਦੇ, ਅੱਗ ਸਾੜ ਨਹੀਂ ਸਕਦੀ, ਪਾਣੀ ਰੋੜ ਕੇ ਨਹੀਂ ਲਿਜਾ ਸਕਦਾ। ਸਤਿਗੁਰੂ ਉਹਨਾਂ ਉੱਪਰ ਐਸੀਆਂ ਬਖਸ਼ਿਸ਼ਾਂ ਕਰਦੇ ਨੇ, ਜਿਹੜੇ ਲੋਕ ਦਾਨ ਪੁੰਨ ਇਹ ਸੋਚ ਕੇ ਕਰਦੇ ਨੇ ਕਿ ਇਹ ਪਰਮੇਸ਼ਰ ਦਾ ਦਿੱਤਾ ਹੈ, ਲੋੜਵੰਦਾਂ ਵਿੱਚ ਵੰਡਿਆ ਜਾਵੇ। ਇਹ ਸੋਚ ਕੇ ਦਾਨ ਕਰਨ ਵਾਲੇ ਲੋਕਾਂ ਨੂੰ ਪਰਮੇਸ਼ਰ ਨਾਸ਼ ਤੋਂ ਰਹਿਤ ਫਲ ਬਖਸ਼ਦਾ ਹੈ। ਜੋ ਪਈ ਤਪ ਕਿਦੋਂ ਵਿਦਿਆ ਕੋ ਦਾਨਾ। ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਰਾਜਾ ਸ਼ਿਵਨਾਮ ਇਹ ਦੋ ਤਰ੍ਹਾਂ ਦਾ ਦਾਨ, ਇੱਕ ਹੋਰ ਹੈ, ਇੱਕ ਵਿਦਿਆ ਦਾ ਦਾਨ ਹੈ ਜੋ ਬ੍ਰਹਮ ਵਿਦਿਆ ਕਿਸੇ ਨੂੰ ਸੰਥਿਆ ਪੰਥਿਆ ਕਰਾਉਣੀ, ਦੂਸਰਾ ਜੋ ਧਨ ਦਾ ਦਾਨ ਹੈ। ਵੇਦ ਸਾਥ ਕੀ ਹਵੇ ਨਿਰਮਾਨਾ।
ਵਾਧੂ ਗੁਣ ਦਾ ਸ਼ੁਭ ਗੁਣਾਂ ਦਾ ਹਿੱਸਾ ਨੇ। ਕੋ ਫਲ ਹਵੇ ਅਮਿਤ ਵਿਸਾਲਾ। ਇਹਨਾਂ ਦਾ ਜਿਹੜਾ ਫਲ ਹੈ ਨਾ ਉਹ ਸਾਰਿਆਂ ਤੋਂ ਵਧੇਰੇ ਹੈ, ਜੋ ਕਿਸੇ ਨੂੰ ਬ੍ਰਹਮ ਗਿਆਨ ਕਰਵਾਉਣਾ, ਕਿਸੇ ਨੂੰ ਵਿਦਿਆ ਪੜ੍ਹਾ ਦੇਣੀ, ਸੰਥਿਆ ਕਰਵਾ ਦੇਣੀ। ਸੰਸਾਰ ਦੇ ਵਿੱਚ ਇਹਦੇ ਬਰਾਬਰ ਕੋਈ ਵੀ ਦਾਨ ਨਹੀਂ। ਤੇ ਜਾਣਕਾਰ ਨੀਤੀ ਦੇ ਵਿੱਚ ਵਚਨ ਕਰਦੇ ਨੇ ਕਵੀ ਸੈਨਾਪਤ ਜੀ ਕਿ ਜਿਹੜੇ ਲੋਕ ਵਿਦਿਆ ਪੜ੍ਹ ਕਰਕੇ ਆਪਣਿਆਂ ਉਸਤਾਦਾਂ ਕੋਲੋਂ ਵਿਦਿਆ ਪੜ੍ਹ ਕਰਕੇ ਭੁੱਲ ਜਾਂਦੇ ਨੇ ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਕਿ ਉਹ ਕੁੱਤੇ ਦੀ ਜੂਨੀ 100 ਵਾਰ ਪਾਉਂਦੇ ਨੇ, ਵਾਰ-ਵਾਰ ਜੰਮਦੇ ਨੇ, ਵਾਰ-ਵਾਰ ਮਰਦੇ ਨੇ ਤੇ ਹਮੇਸ਼ਾ ਕੁੱਤੇ ਦੀ ਜੂਨੀ ਵਿੱਚ ਪੈਂਦੇ ਨੇ। ਐਸੀਆਂ ਬਖਸ਼ਿਸ਼ਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਰਾਜੇ ਸ਼ਿਵਨਾਮ ਉੱਪਰ ਕਰਦੇ ਨੇ। ਕਹਿੰਦੇ ਨੇ ਰਾਜਾ ਇਹ ਜਿਹੜੇ 2 ਗੁਣ ਹਨ ਨਾ, 2 ਦਾਨ ਹਨ, ਜਿਹੜੇ ਬ੍ਰਹਮ ਵਿਦਿਆ ਦਾ ਦਾਨ ਤੇ ਮਾਇਆ ਦਾ ਦਾਨ ਹੈ, ਇਹ ਦਾਨ ਜਿਹੜਾ ਸਭ ਤੋਂ ਵੱਡਾ ਅਮਿਤ ਮੰਨਿਆ ਜਾਂਦਾ ਹੈ। ਵੇਦ ਸੰਤ ਭਗਤ ਸਟਾਲਾ। ਤੇ ਜਿਹੜੇ ਸੰਤ ਲੋਕ ਨੇ, ਮਹਾਂਪੁਰਖ ਲੋਕ ਨੇ, ਔਰ ਜਿਹੜੇ ਵੇਦ ਗ੍ਰੰਥ ਆਦਿਕ ਇਹਨਾਂ ਦੀ ਉਸਤਤੀ ਕਰਦੇ ਨੇ, ਵਡਿਆਈਆਂ ਕਰਦੇ ਨੇ। ਪੰਚਮ ਪੂਜਾ ਮਨ ਕਰ ਕਰਨੀ। ਅੱਜ ਵੀ ਜੋ ਪਰਮੇਸ਼ਰ ਦੀ ਪੂਜਾ ਹੈ, ਸੇਵਾ ਹੈ, ਇਹ ਮਨ ਕਰਕੇ ਕਰ ਲੈਣੀ। ਮੇਰੇ ਭਾਵਨੀ ਗੁਰੂ ਮਹਿ ਧਰਨੀ। ਹਿਰਦੇ ਅੰਦਰ ਸ਼ਰਧਾ ਭਾਵਨਾ ਧਾਰਨ ਕਰਕੇ ਗੁਰੂ ਘਰ ਦੀ ਸੇਵਾ ਔਰ ਸਿਮਰਨ ਕਰਨਾ। ਸਭਨੀ ਪੂਜਾ ਮੂਰਤਾਂ ਦੀ। ਕਹਿੰਦੇ ਉਹਨਾਂ ਦੀ ਜਿਹੜੀ ਪੂਜਾ ਸਫਲ ਹੁੰਦੀ ਹੈ ਜਿਹੜੇ ਮਨ ਕਰਕੇ ਕਰਦੇ ਨੇ, ਜਿਹੜੇ ਦਿਖਾਵੇ ਦੀ ਮਾਤਰ ਜਾਂ ਕਿਸੇ ਅਹੁਦਿਆਂ ਦੀ ਖਾਤਰ ਇਹ ਸੇਵਾ ਔਰ ਸਿਮਰਨ ਕਰਦੇ ਨੇ ਨਾ, ਗੁਰੂ ਦੇ ਨਾਲ ਸੌਦੇਬਾਜ਼ੀਆਂ ਕਰਦੇ ਨੇ ਕਿ ਇੰਨੇ ਦਿਨ ਪਾਠ ਕਰੂਗਾ, ਮੇਰਾ ਆ ਕਾਰਜ ਸਫਲ ਹੋ ਜਾਵੇ, ਫਿਰ ਤੇਰੇ ਘਰ ਦੇ ਉੱਪਰ, ਤੇਰੇ ਦਰ ਦੇ ਉੱਪਰ ਸੇਵਾ ਕਰਾਂਗਾ, ਰਮਾਲਾ ਚੜਾਵਾਂਗਾ ਜਾਂ ਆਦਿਕ ਹੋਰ ਸੇਵਾ ਕਰਾਂਗਾ, ਜੇਕਰ ਮੇਰਾ ਇਹ ਕਾਰਜ ਹੋ ਜਾਵੇ। ਸਤਿਗੁਰੂ ਜੀ ਕਹਿੰਦੇ ਐਸੀ ਸੇਵਾ ਨਹੀਂ। ਜੋ ਲੋਕ ਮਨ ਕਰਕੇ, ਤਨ ਕਰਕੇ, ਧਨ ਕਰਕੇ, ਸਰੀਰ ਕਰਕੇ, ਬਾਣੀ ਕਰਕੇ ਸਭ ਕੁਝ ਗੁਰੂ ਨੂੰ ਸੌਂਪ ਦਿੰਦੇ ਨੇ, ਗੁਰੂ ਦੇ ਬਣ ਕੇ ਮਨੋਂ ਸੇਵਾ ਕਰਦੇ ਨੇ, ਉਹਨਾਂ ਦੀਆਂ ਸੇਵਾ ਸਫਲੀਆਂ ਹਨ। ਸਦਾ ਭਾਵਨੀ ਸੋ ਮਤ ਜਾਗੀ। ਤੇ ਜਿਨ੍ਹਾਂ ਦੀ ਹਮੇਸ਼ਾ ਹੀ ਭਾਵਨਾ ਗੁਰੂ ਦੇ ਉੱਪਰ ਬਣੀ ਰਹਿੰਦੀ ਹੈ। ਛਠਵ ਨੇਮ ਨਿਜ ਗੁਰ ਸ਼ਬਦ। ਕਹਿੰਦੇ ਜਿਹੜਾ 6ਵਾਂ ਨੇਮ ਹੈ ਨਾ, ਕਹਿੰਦੇ 6ਵਾਂ ਜੋ ਨੇਮ ਦਾ ਹਿੱਸਾ ਹੈ, 6ਵਾਂ ਕਹਿੰਦੇ ਉਹ ਹੈ ਗੁਰੂ ਦਾ ਸ਼ਬਦ। ਤਾਕੇ ਦੇ ਅਨੁਸਾਰ ਜਿਹੜੇ ਗੁਰੂ ਦੇ ਸ਼ਬਦ ਅਨੁਸਾਰ, ਗੁਰੂ ਦੀ ਦਿੱਤੀ ਹੋਈ ਰਹਿਤ ਮਰਿਆਦਾ ਅਨੁਸਾਰ, ਸਿੱਖਿਆ ਅਨੁਸਾਰ, ਗੁਰਬਾਣੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ। ਨਹੀਂ ਕੋ ਪੜ ਹੈ ਸੁਨੇ। ਕਹਿੰਦੇ ਜਿਹੜੇ ਗੁਰੂ ਦੀ ਸਿੱਖਿਆ ਪੜ੍ਹ ਲੈਂਦੇ ਨੇ, ਸੁਣ ਲੈਂਦੇ ਨੇ, ਕੋ ਕਰਹਿ ਵਿਚਾਰ। ਕਹਿੰਦੇ ਫਿਰ ਉਸ ਦੀ ਵਿਚਾਰ ਕਰਕੇ ਉਹਨਾਂ ਉੱਪਰ ਚੱਲਦੇ ਹਨ। ਚੌਪਈ ਗੁਰੂ ਸਿਧਾਂਤ ਬਿਨਾ ਜੋ ਆਨਾ। ਜੋ ਗੁਰੂ ਦੇ ਸਿਧਾਂਤ ਤੋਂ, ਗੁਰੂ ਦੇ ਇਤਿਹਾਸ ਤੋਂ, ਗੁਰੂ ਦੀ ਮਰਿਆਦਾ ਤੋਂ ਬਿਨਾਂ ਹੈ। ਤਿਨਕੇ ਬਚਨ ਸੁਨੇ ਨਹਿ ਕਾਨਾ। ਮਹਾਰਾਜ ਕਹਿੰਦੇ ਰਾਜਾ ਸ਼ਿਵਨਾਮ ਉਹਨਾਂ ਦੇ ਬਚਨ ਕਦੇ ਵੀ ਸੁਣਨੇ ਨਹੀਂ ਚਾਹੀਦੇ। ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿਨ ਤੇ ਸਦਾ ਡਰਾਨੇ ਰਹੀਏ। ਜਿਹੜੇ ਲੋਕ ਗੁਰੂ ਦੀ, ਗੁਰ ਇਤਿਹਾਸ ਦੀ, ਗੁਰਧਾਮਾਂ ਦੀ ਨਿੰਦਿਆ ਕਰਨ ਵਾਲੇ ਨੇ ਨਾ, ਉਹਨਾਂ ਤੋਂ ਤਾਂ ਭਾਈ ਡਰ ਕੇ ਰਹਿਣਾ ਚਾਹੀਦਾ ਹੈ, ਉਹਨਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ। ਹਮੇਸ਼ਾ ਗੁਰੂ ਦੇ ਸਿਧਾਂਤ ਦੀ, ਗੁਰੂ ਦੇ ਇਤਿਹਾਸ ਦੀ ਗੱਲ ਸੁਣਨੀ ਚਾਹੀਦੀ। ਗੁਰੂ ਦੇ ਨਿੰਦਿਆ ਦੇ ਬਚਨ ਕਦੇ ਵੀ ਨਹੀਂ ਸੁਣਨੇ ਚਾਹੀਦੇ। ਸਤਮ ਪੜੈ ਸੁਨੈ ਦਹਿ ਰੀਤੀ। ਤੇ ਸਤਵਾਂ ਇਹਦਾ ਹਿੱਸਾ ਹੈ, ਜਿਹੜੇ ਪੜ੍ਹਦੇ ਨੇ, ਸੁਣਦੇ ਨੇ, ਇਸੇ ਅਨੁਸਾਰ ਜੀਵਨ ਬਤੀਤ ਕਰਦੇ ਨੇ। ਬਾਤੈ ਕਹੈ ਅਨੁਸਾਰ ਸਤਰੀਤੀ। ਤੇ ਗੁਰੂ ਦੇ ਸ਼ਬਦਾਂ ਮਰਿਆਦਾ ਅਨੁਸਾਰ ਆਪਣਾ ਸਾਰਾ ਹੀ ਜੀਵਨ ਗੁਰੂ ਦੇ ਲੇਖੇ ਲਾ ਕਰਕੇ ਉਸੇ ਅਨੁਸਾਰ ਜੀਵਨ ਬਤੀਤ ਕਰਦੇ ਨੇ। ਬਿਨਾ ਨਾਮ ਗੁਰ ਸ਼ਬਦ ਕਮਾਵਨ। ਕਹਿੰਦੇ ਜਿਹੜੇ ਬਿਨਾ ਪਖੰਡ ਤੋਂ ਗੁਰੂ ਦੀ ਸਿੱਖੀ, ਗੁਰੂ ਦੇ ਸ਼ਬਦ ਕਮਾਉਂਦੇ ਨੇ ਨਾ, ਉਹਨਾਂ ਦਾ ਜਿਉਣਾ, ਉਹਨਾਂ ਦਾ ਆਉਣਾ ਸਫਲਾ ਹੈ। ਸੰਗਤ ਦੀ ਜਿਹੜੀ ਗੁਰਸਿੱਖੀ ਹੈ ਇਹ 5 ਪ੍ਰਕਾਰ ਦੀ ਹੁੰਦੀ ਹੈ।
ਇੱਕ ਦਿਖਾਵੇ ਦੀ ਸਿੱਖੀ ਆ, ਇੱਕ ਧੰਦੇ ਦੀ ਸਿੱਖੀ ਆ, ਇੱਕ ਲਾਲਚ ਦੀ ਸਿੱਖੀ ਆ, ਇੱਕ ਭਾਵਨਾ ਦੀ ਸਿੱਖੀ ਹੈ ਤੇ ਇੱਕ ਸਿਦਕ ਦੀ ਸਿੱਖੀ ਹੈ। ਜ਼ਿਆਦਾਤਰ ਕਲਯੁਗ ਦੇ ਭਿਆਨਕ ਸਮੇਂ ਅੰਦਰ ਦਿਖਾਵੇ ਦੀ ਸਿੱਖੀ ਹੈ, ਧੰਦੇ ਦੀ ਸਿੱਖੀ ਹੈ ਤੇ ਲਾਲਚ ਦੀ ਸਿੱਖੀ ਹੈ। ਉੱਚੀਆਂ ਅਹੁਦਿਆਂ ਨੂੰ ਵੇਖਦਿਆਂ ਹੋਇਆ, ਗੁਰੂ ਘਰ ਦੀਆਂ ਪ੍ਰਧਾਨਗੀਆਂ ਨੂੰ ਜਾਂ ਹੋਰ ਅਹੁਦਿਆਂ ਨੂੰ ਵੇਖਦਿਆਂ ਹੋਇਆ ਅੰਮ੍ਰਿਤ ਛਕ ਲੈਣਾ, ਗੁਰਸਿੱਖੀ ਧਾਰਨ ਕਰ ਲੈਣੀ, ਇਹ ਲਾਲਚ ਦੀ ਸਿੱਖੀ ਹੈ। ਕੋਈ ਵਿਦੇਸ਼ੀ ਟੂਰ ਲੱਗਦਾ ਹੋਵੇ, ਅੰਮ੍ਰਿਤ ਛਕ ਲੈਣਾ, ਵਿਦੇਸ਼ੀ ਯਾਤਰਾ ਕਰਨ ਵਾਸਤੇ, ਇਹ ਧੰਦੇ ਦੀ ਸਿੱਖੀ ਹੈ, ਉੱਧਰ ਜਾ ਕੇ ਅੰਮ੍ਰਿਤ ਛਕ ਦੇਣਾ। ਇਹ ਜਿਹੜੀ ਦਿਖਾਵੇ ਦੀ ਸਿੱਖੀ ਹੈ ਨਾ, ਦਿਖਾਵੇ ਦੀ ਸਿੱਖੀ ਇਸ ਪ੍ਰਕਾਰ ਹੈ ਕਿ ਕਹਾਉਣਾ ਸਿੱਖ ਪਰ ਗੁਰੂ ਘਰ ਦੀ ਨਿੰਦਿਆ ਕਰਨੀ, ਗੁਰੂ ਘਰਾਂ ਦੇ ਉਲਟ ਬੋਲਣਾ, ਜਿਵੇਂ ਕਿ ਘਟਰੀਆਂ ਵਾਲਾ ਅੱਜ ਕੱਲ੍ਹ ਕਰ ਰਿਹਾ ਹੈ, ਉਹ ਸਾਰੀ ਦਿਖਾਵੇ ਦੀ ਸਿੱਖੀ ਹੈ। ਗੁਰੂ ਦੀਆਂ ਸੰਗਤਾਂ ਤੋਂ ਮਾਇਆ ਪ੍ਰਾਪਤ ਕਰਨੀ, ਵੱਡੇ ਵੱਡੇ ਡੇਰੇ ਬਣਾ ਲੈਣੇ, ਸੋਹਣਾ ਕਾਰੋਬਾਰ ਚਲਾ ਲੈਣਾ, ਉਹਨੂੰ ਦਿਖਾਵੇ ਦੀ ਸਿੱਖੀ ਕਹਿੰਦੇ ਨੇ। ਅੰਦਰੋਂ ਅੰਦਰੀ ਸਿੱਖੀ ਦੀਆਂ ਜੜ੍ਹਾਂ ਨੂੰ ਵੱਢ ਲੈਣਾ ਤੇ ਉੱਪਰੋਂ ਉੱਪਰੋਂ ਆਪਣੇ ਆਪ ਨੂੰ ਸੰਤ ਕਹਾਉਣਾ, ਸਿੱਖ ਕਹਾਉਣਾ, ਇਹ ਸਾਰੀ ਦਿਖਾਵੇ ਦੀ ਸਿੱਖੀ ਹੈ। ਜਿਹੜੀ ਭਾਵਨਾ ਦੀ ਸਿੱਖੀ ਹੈ, ਉਹ ਸਿੱਖੀ ਹੈ ਭਾਈ ਨੰਦ ਲਾਲ ਵਰਗੀ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੇ ਜਿਨ੍ਹਾਂ ਨੇ ਵਚਨ ਕਮਾਏ, ਉਹਨਾਂ ਦੇ ਅਨੁਸਾਰ ਜੀਵਨ ਬਤੀਤ ਕੀਤਾ। ਜਿਹੜੀ ਹੈ ਸਿਦਕ ਦੀ ਸਿੱਖੀ, ਉਹ ਸਿੱਖੀ ਦੀ ਕਿਤੋਂ ਐਗਜ਼ਾਮਪਲ ਵੇਖਣੀ ਹੋਵੇ ਤੇ ਬਾਬਾ ਦੀਪ ਸਿੰਘ ਦਾ ਇਤਿਹਾਸ ਪੜ੍ਹਿਆ ਜਾ ਸਕਦਾ ਹੈ। ਬਾਬਾ ਦੀਪ ਸਿੰਘ ਨੇ ਸਿਦਕ ਦੀ ਸਿੱਖੀ ਕਮਾਈ ਹੈ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸਿਦਕ ਦੀ ਸਿੱਖੀ ਕਮਾਈ ਹੈ। ਤੇ ਜਿਹੜੀ ਭਾਵਨਾ ਦੀ ਸਿੱਖੀ ਹੈ, ਕਿਤੇ ਬਾਬਾ ਬੁੱਢਾ ਸਾਹਿਬ ਨੇ ਕਮਾਈ ਹੈ, ਕਿਤੇ ਗੁਰੂ ਅੰਗਦ ਦੇਵ ਜੀਆਂ ਨੇ ਗੁਰੂ ਨਾਨਕ ਦੇਵ ਜੀਆਂ ਦੇ ਕੋਲ ਰਹਿ ਕੇ ਕਮਾਈ ਹੈ, ਕਿਤੇ ਭਾਈ ਨੰਦ ਲਾਲ ਵਰਗਿਆਂ ਨੇ, ਭਾਈ ਗੁਰਦਾਸ ਜੀ ਵਰਗਿਆਂ ਨੇ, ਬਾਬਾ ਬਿਧੀ ਚੰਦ ਵਰਗਿਆਂ ਨੇ, ਇਹਨਾਂ ਨੇ ਸਾਰਿਆਂ ਨੇ ਭਾਵਨਾ ਦੀ ਜੋ ਸਿੱਖੀ ਨਿਭਾਉਣੀ ਕੀਤੀ ਹੈ, ਭਾਵਨਾ ਦੀ ਸਿੱਖੀ ਕਮਾਈ ਹੈ। ਕਵੀ ਜੀ ਬਖਸ਼ਿਸ਼ ਕਰਦੇ ਨੇ, ਬਿਨਾਂ ਦੰਭ ਗੁਰ ਸ਼ਬਦ ਕਮਾਵਣ ਕੇ, ਬਿਨਾਂ ਪਖੰਡ ਤੋਂ, ਬਿਨਾਂ ਕਿਸੇ ਲਾਲਚ ਤੋਂ, ਦਿਖਾਵੇ ਤੋਂ, ਧੰਦੇ ਤੋਂ ਜਿਹੜੀ ਗੁਰੂ ਦੀ ਸਿੱਖੀ, ਗੁਰੂ ਦੇ ਸ਼ਬਦ ਕਮਾਉਣੇ ਹਨ। ਕਰੇ ਸਦਾ ਹਵੈ ਤਨ ਮਨ ਪਾਵਨ। ਕਹਿੰਦੇ ਫਿਰ ਜਿਹੜੀ ਸਿਦਕ ਦੀ ਭਾਵਨਾ ਦੀ ਸਿੱਖੀ ਹੈ ਨਾ, ਕਹਿੰਦੇ ਇਹ ਤਨ ਨੂੰ ਅਤੇ ਮਨ ਨੂੰ ਹਮੇਸ਼ਾ ਲਈ ਪਵਿੱਤਰ ਕਰ ਦਿੰਦੀ ਹੈ। ਆਸਨ ਬ੍ਰਿਤ ਸਾਥ ਕੀ ਰਾਖੈ। ਇਹ ਅੱਠਵੀਂ ਜਿਹੜੀ ਬਿਰਤੀ ਹੈ, ਸਾਧ ਕੀ ਹੈ, ਸਤੋ ਗੁਣ ਹੈ। ਨਿਰਜਲਨਾ ਮਧੁਰੀ ਮੁਖ ਭਾਖੇ। ਕਹਿੰਦੇ ਜੋ ਅੱਠਵਾਂ ਹਿੱਸਾ ਹੈ ਨਾ ਕਸ਼ਟ ਯੋਗ ਦਾ, ਕਹਿੰਦੇ ਉਹ ਹੈ ਨਿਭ ਚੱਲਣਾ, ਮਧੁਰੀ ਮੁਖ ਭਾਖੈ, ਨਿਭ ਕੇ ਚੱਲਣਾ, ਭਾਵ ਨਿਮਰਤਾ ਦੇ ਸਹਿਤ ਜੀਵਨ ਬਤੀਤ ਕਰਨਾ ਤੇ ਮੁਖ ਤੋਂ ਹਮੇਸ਼ਾ ਹਰ ਇੱਕ ਨੂੰ, ਗਰੀਬ ਨੂੰ, ਅਮੀਰ ਨੂੰ, ਭੁੱਖੇ ਨੂੰ, ਪਿਆਸੇ ਨੂੰ, ਰੱਜੇ ਹੋਏ ਨੂੰ ਪਿਆਰ ਨਾਲ ਹੀ ਬੋਲਣਾ, ਮਿੱਠਾ ਬੋਲਣਾ, ਮਿੱਠਾ ਬੋਲ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਹੋਣਾ। ਨਵਮ ਨੀਮ ਪਾਠ ਜੋ ਕਰਨਾ। ਤੇ ਨੌਵਾਂ ਜੋ ਇਸ ਨੇਮ ਦਾ ਹਿੱਸਾ ਹੈ, ਉਹ ਭਾਵ ਹੈ ਕਿ ਜੋ ਪਾਠ ਕਰਨਾ, ਗੁਰਬਾਣੀ ਪੜ੍ਹਨਾ, ਅਪਰ ਦਾ ਬਚਨ ਉਚਰਨਾ, ਉਹਦੇ ਵਿੱਚ ਆਪਣੀ ਮੱਤ ਨਹੀਂ ਰੱਖਣੀ। ਜੋ ਗੁਰੂ ਨੇ ਕਿਹਾ ਹੈ ਉਸੇ ਪ੍ਰਕਾਰ ਜੀਵਨ ਬਤੀਤ ਕਰਨਾ। ਜੋ ਗੁਰੂ ਦਾ ਇਤਿਹਾਸ ਹੈ, ਜੋ ਗੁਰਬਾਣੀ ਹੈ, ਗੁਰ ਸ਼ਬਦ ਹੈ, ਜੋ ਗੁਰੂ ਨੇ ਲਿਖ ਦਿੱਤਾ ਉਸੇ ਅਨੁਸਾਰ, ਗੁਰਮਤ ਅਨੁਸਾਰ ਚੱਲਣਾ, ਮਨ ਮਤ ਅਨੁਸਾਰ ਨਹੀਂ ਚੱਲਣਾ, ਮਨ ਮਤ ਨਹੀਂ ਕਰਨੀ, ਗੁਰੂ ਦੇ ਅਨੁਸਾਰ ਚੱਲਣਾ। ਗੁਰੂ ਦੇ ਕੀਤੇ ਬਚਨਾਂ ਉੱਪਰ, ਮਰਿਆਦਾ ਉੱਪਰ ਰਤੀ ਭਰ ਵੀ ਸ਼ੰਕਾ ਨਾ ਕਰਨਾ। ਐਸਾ ਜੋ ਨੌਵਾਂ ਹਿੱਸਾ ਹੈ। ਦਸਵੇਂ ਹੋਮ ਅਗਨ ਜੋ ਕਰਹੀ। ਕਹਿੰਦੇ ਜੋ ਨੇਮ ਦਾ 10ਵਾਂ ਹਿੱਸਾ ਹੈ ਨਾ, ਜੋ ਪੰਡਤ ਲੋਕ ਅਗਨ ਵਿੱਚ ਹਵਨ ਆਦਿਕ ਕਰਦੇ ਹਨ। ਸੁਰ ਪ੍ਰਸੰਨ ਹਿਤ ਮਨਸਾ ਧਰਹੀ। ਤੇ ਜਿਹੜੇ ਪੰਡਤ ਲੋਕ ਹਨ, ਆਪਣੇ ਹਿਰਦੇ ਅੰਦਰ ਇਹ ਆਸਾ ਇੱਛਾ ਅਨੁਸਾਰ ਹਵਨ ਕਰਦੇ ਨੇ ਕਿ ਅਸੀਂ ਦੇਵੀਆਂ ਨੂੰ, ਦੇਵਤਿਆਂ ਨੂੰ ਪ੍ਰਸੰਨ ਕਰ ਰਹੇ ਹਾਂ। ਸਿੱਖ ਚਤੁਰਤਰ ਕੇ ਸੁਖ ਮੁਖ ਪਾਵਨ। ਜਿਵੇਂ ਹਿੰਦੂ ਧਰਮ ਦੇ ਲੋਕ ਆਦਿਕ ਹਵਨ ਕਰਦੇ ਨੇ, ਘਿਓ ਆਦਿਕ ਸਮੱਗਰੀ ਹੈ ਜੋ ਘਿਓ ਵਰਗੀ ਪਵਿੱਤਰ ਚੀਜ਼ ਨੂੰ ਅੱਗ ਦੇ ਵਿੱਚ ਪਾਉਂਦੇ ਨੇ,
ਕਹਿੰਦੇ ਇਸੇ ਪ੍ਰਕਾਰ ਜੋ ਸਿੱਖ ਮਤ ਅਨੁਸਾਰ ਹੈ ਨਾ, ਕਿਸੇ ਭੁੱਖੇ ਨੂੰ ਵੇਖ ਕਰਕੇ ਘਿਓ ਦਾ ਤਿਆਰ ਕੀਤਾ ਭੋਜਨ ਉਹਦੇ ਮੁਖ ਵਿੱਚ ਪਾ ਦੇਣਾ, ਇਹ ਸਿੱਖਾਂ ਦਾ ਹਵਨ ਹੈ। ਬ੍ਰਹਮ ਹੋਮ ਇਹ ਭਲੋ ਸੁਭਾਵਨ, ਇਹਨੂੰ ਬ੍ਰਹਮ ਹੋਮ ਕਿਹਾ ਜਾਂਦਾ ਹੈ। ਕਿਸੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦੇਣਾ ਘਿਓ ਦੇ ਸਮੇਤ ਚੰਗੇ ਪਦਾਰਥਾਂ ਦੇ ਨਾਲ, ਇਸ ਨੂੰ ਸਿੱਖ ਮਤ ਦਾ ਹਵਨ ਕਹਿੰਦੇ ਨੇ। ਵਾਹਿਗੁਰੂ ਕੀ ਕਰੇ ਉਚਾਰਾ, ਤੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸ਼ਲੋਕ ਪੜ੍ਹਨਾ, ਮੂਲ ਮੰਤਰ ਗੁਰੂ ਮੰਤਰ ਪੜ੍ਹ ਕਰਕੇ ਹੱਥ ਜੋੜ ਕਰਕੇ ਅਰਦਾਸ ਕਰਕੇ ਫਿਰ ਪ੍ਰਸ਼ਾਦਾ ਛਕਣਾ। ਤਾਂ ਪਾਛੇ ਮੁਖ ਪਾਏ ਆਹਾਰਾ, ਪਹਿਲਾਂ ਪਰਮੇਸ਼ਰ ਦਾ ਨਾਮ ਜਪਣਾ, ਉਹਦਾ ਸ਼ੁਕਰਾਨਾ ਕਰਨਾ ਕਿ ਪਰਮੇਸ਼ਰ ਤੇਰਾ ਦਿੱਤਾ ਘਰ ਬੈਠ ਕੇ ਛੱਤ ਥੱਲੇ ਪੱਖੇ ਮੂਰੇ ਏਸੀ ਵਿੱਚ ਬੈਠ ਕੇ ਛਕ ਰਹੇ ਆ, ਇਹ ਤੇਰੀ ਦੇਣ ਹੈ। ਜੇਕਰ ਤੂੰ ਰਾਹਾਂ ਤੇ ਮੰਗਣ ਲਾ ਦਿੰਦਾ ਫਿਰ ਤੇਰਾ ਵਿਗਾੜ ਵੀ ਕੀ ਲੈਂਦੇ। ਕਿਸੇ ਦੇ ਘਰੋਂ ਜਾ ਕੇ ਸਾਨੂੰ ਮੰਗਣਾ ਪੈਂਦਾ ਫਿਰ ਤੇਰਾ ਕੀ ਕਰ ਲੈਂਦੇ। ਤੂੰ ਘਰ ਬੈਠਿਆਂ ਨੂੰ ਸਭ ਦਾਤਾਂ ਬਖਸ਼ੀਆਂ ਨੇ, ਇਹ ਤੇਰਾ ਸ਼ੁਕਰਾਨਾ ਹੈ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸ਼ਲੋਕ ਆਦਿਕ ਗੁਰਬਾਣੀ ਪੜ੍ਹ ਕਰਕੇ ਪ੍ਰਸ਼ਾਦਾ ਛਕਣਾ, ਔਰ ਫਿਰ ਜੋ ਬੁਰਕੀਆਂ ਹਨ ਮੁਖ ਦੇ ਵਿੱਚ ਪਾਉਣੀਆਂ, ਪਹਿਲਾਂ ਉਸ ਮੁਖ ਤੋਂ ਪਰਮੇਸ਼ਰ ਦਾ ਨਾਮ ਜਪਣਾ, ਇਹ ਸ਼ੁਭ ਗੁਣ ਹਨ। ਭਗਨ ਦੇਵਤਾ ਪਾਵਕ ਕਹਰੇ, ਇਹ ਜੋ ਹਵਨ ਦੇ ਵਿੱਚ ਪਾਉਣਾ ਹੈ, ਪੰਡਤ ਲੋਕ ਅੱਗ ਨੂੰ ਦੇਵੀ ਦੇਵਤਿਆਂ ਦਾ ਮੁੱਖ ਸਮਝਦੇ ਨੇ ਕਿ ਜੋ ਵੀ ਸਮੱਗਰੀ ਅਸੀਂ ਇਸ ਅਗਨੀ ਵਿੱਚ ਪਾ ਰਹੇ ਹਾਂ, ਇਹ ਸਾਰਾ ਹੀ ਦੇਵੀ ਦੇਵਤਿਆਂ ਨੂੰ ਜਾ ਰਿਹਾ ਹੈ। ਸਰਬ ਸਵਰਨ ਕੀ ਦੇਵਾ ਲਹੇ, ਤੇ ਸਾਰਿਆਂ ਹੀ ਦੇਵਤਿਆਂ ਦੀ ਉਹ ਅਗਨੀ ਜੀਵ ਮੰਨੀ ਜਾਂਦੀ ਹੈ ਕਿ ਇਹਨਾਂ ਦੇਵਤਿਆਂ ਨੂੰ ਅਸੀਂ ਇਹ ਸਮੱਗਰੀ ਦੇ ਰਹੇ ਹਾਂ। ਬ੍ਰਹਮ ਪ੍ਰਸੰਨ ਸੰਗ ਸੁਰਸਾਰੇ, ਇਸ ਪ੍ਰਕਾਰ ਸਾਡੇ ਹਵਨ ਕਰਨ ਦੇ ਨਾਲ, ਇਹ ਸਮੱਗਰੀ ਪਾਉਣ ਦੇ ਨਾਲ ਹਿੰਦੂ ਮਤ ਅਨੁਸਾਰ ਜੋ ਦੇਵੀ ਦੇਵਤੇ ਪ੍ਰਸੰਨ ਖੁਸ਼ ਹੁੰਦੇ ਨੇ। ਤ੍ਰਿਪਤ ਹੋਤ ਹਰਿ ਨਾਮ ਉਚਾਰੇ, ਤੇ ਜਿਹੜੇ ਗੁਰੂ ਦੇ ਸਿੱਖ ਹਨ ਨਾ, ਉਹ ਤ੍ਰਿਪਤ ਕਿਵੇਂ ਹੁੰਦੇ ਨੇ, ਗੁਰੂ ਕਿਵੇਂ ਖੁਸ਼ ਹੁੰਦਾ ਹੈ, ਸਿੱਖ ਕਿਵੇਂ ਖੁਸ਼ ਹੁੰਦੇ ਨੇ, ਹਰ ਨਾਮ ਉਚਾਰੇ ਗੁਰਬਾਣੀ ਪੜ੍ਹਨ ਦੇ ਨਾਲ। ਕਿਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਕੋਲ ਆ ਕਰਕੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਜਾਪ ਕੀਤਾ, ਆਪਣੇ ਵੀ ਮਨ ਨੂੰ ਸ਼ਾਂਤੀ ਆਈ ਹੈ ਤੇ ਗੁਰੂ ਨੇ ਵੀ ਬੈਠੇ ਬੈਠੇ ਸੋਚਿਆ ਕਿ ਹੁਣ ਇਹਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦੇਣੀ। ਪਰ ਮਨ ਦੀਆਂ ਭਾਵਨਾ ਕੁਝ ਹੋਰ ਸਨ, ਮਹਾਰਾਜ ਨੇ ਉਹ ਵੀ ਪੂਰੀਆਂ ਕੀਤੀਆਂ ਨੇ। ਕਹਿੰਦੇ ਸਿੱਖ ਮਤ ਅਨੁਸਾਰ ਕਵੀ ਜੀ ਕਹਿੰਦੇ ਗੁਰੂ ਦੀ ਗੁਰਬਾਣੀ ਪੜ੍ਹਨੀ, ਗੁਰਬਾਣੀ ਪੜ੍ਹ ਕੇ ਜਿੱਥੇ ਆਪਣਾ ਮਨ ਪ੍ਰਸੰਨ ਹੁੰਦਾ ਹੈ, ਉੱਥੇ ਗੁਰੂ ਵੀ ਆਪਣਿਆਂ ਸਿੱਖਾਂ ਉੱਪਰ ਪ੍ਰਸੰਨ ਹੁੰਦਾ ਹੈ। ਤੁਮਰਾ ਪ੍ਰੀਤੀ ਹੋਮ ਹੈ ਗਿਆਨ ਕਾ, ਮਹਾਰਾਜ ਕਹਿੰਦੇ ਜਿਹੜਾ ਤੀਜਾ ਹਵਨ ਹੈ ਨਾ, ਕਹਿੰਦੇ ਉਹ ਹੈ ਗਿਆਨ ਦਾ। ਰਸ ਰਖੀਕ ਕੇ ਦਰਬ, ਤੇ ਜਿਹੜੇ ਇੰਦਰੇ ਹਨ ਅੱਖਾਂ ਨੱਕ ਆਦਿਕ ਜ਼ਬਾਨ ਹੈ, ਇਹ ਸਾਰੇ ਹੀ ਜੋ ਇੰਦਰੇ ਹਨ, ਗਿਆਨ ਅਗਨ ਮਹਿ ਹੋਮਹੀ, ਇਹ ਵਿਕਾਰ ਭੋਗਣ ਵਾਲੇ ਇੰਦਰੇ ਔਰ ਜਿਹੜਾ ਹੰਕਾਰ ਆਦਿਕ ਵਿਸ਼ੇ ਵਿਕਾਰ ਹਨ, ਇਹਨਾਂ ਨੂੰ ਗਿਆਨ ਅਗਨ ਮਹਿ ਹੋਮਹੀ, ਇਹਨਾਂ ਨੂੰ ਗਿਆਨ ਰੂਪੀ ਹਵਨ ਦੇ ਵਿੱਚ ਸਾੜ ਦੇਣਾ ਚਾਹੀਦਾ ਹੈ। ਤਾਵਿਕ ਸਰਬ, ਜਿੰਨੇ ਵੀ ਸਰੀਰ ਦੇ ਰੋਗ ਹਨ, ਜਿਹੜੇ ਹੰਕਾਰ ਕਾਮ ਕ੍ਰੋਧ ਲੋਭ ਹੰਕਾਰ ਭਾਵੇਂ ਪੰਜ ਵਿਕਾਰ ਭਾਵੇਂ ਸੱਤ ਵਿਸ਼ੇ ਹਨ, ਇਹਨਾਂ ਸਾਰਿਆਂ ਨੂੰ ਹੀ ਗਿਆਨ ਦੇ ਹਵਨ ਵਿੱਚ ਸਾੜ ਦੇਣਾ ਚਾਹੀਦਾ ਹੈ। ਜੋ ਪਈ ਦਸ ਪ੍ਰਕਾਰ ਇਹ ਨੇਮ ਗਿਨਾਵਾ, ਇਸ ਪ੍ਰਕਾਰ ਸਤਿਗੁਰਾਂ ਨੇ ਪਹਿਲਾਂ ਜਾਨ ਬਾਰੇ ਦੱਸਿਆ ਸੀ, ਹੁਣ 10 ਪ੍ਰਕਾਰਾਂ ਦਾ ਜੋ ਨੇਮ ਹੈ ਉਹਦੇ ਬਾਰੇ ਦੱਸਿਆ ਹੈ। ਕਸ਼ਟ ਜੋਗ ਦੁਖਤ ਅੰਗ ਸੁਭਾਵਾ, ਇਹ ਜਿਹੜਾ ਕਸ਼ਟ ਯੋਗ ਦਾ ਦੂਸਰਾ ਅੰਗ ਹੈ, ਮਹਾਰਾਜ ਜੀਆਂ ਨੇ ਨੇਮ ਬਾਰੇ ਦੱਸਿਆ ਹੈ। ਅੰਗ ਤੀਸਰੇ ਦੇਸ ਇਕੰਤੇ, ਜਿਹੜਾ ਕਸ਼ਟ ਯੋਗ ਦਾ ਤੀਸਰਾ ਅੰਗ ਹੈ ਉਹ ਇਕਾਂਤ ਦੇਸ਼ ਹੈ, ਸ਼ਾਂਤੀ ਵਾਲਾ ਦੇਸ਼ ਹੈ। ਨਰਬਤ ਸੁਨੇ ਨੇ ਕਹਾਂ ਬਸੰਤੇ, ਮਹਾਰਾਜ ਕਹਿੰਦੇ ਬੰਦਗੀ ਕਰਨ ਵਾਸਤੇ ਰਾਜਾ ਸ਼ਿਵਨਾਭ ਕੋਈ ਐਸੀ ਜਗ੍ਹਾ ਹੋਵੇ ਜਿੱਥੇ ਕਿਤੇ ਆਪਣਿਆਂ ਦੇ ਵੀ ਬਚਨ ਨਾ ਸੁਣ, ਜਿੱਥੇ ਰੌਲਾ ਨਾ ਹੋਵੇ, ਜਿੱਥੇ ਕੋਈ ਵੀ ਆਦਿਕ ਢੋਲ ਧਮਾਕਾ ਨਾ ਹੋਵੇ, ਐਸੇ ਸੁਨਸਾਨ ਜਗ੍ਹਾ ਉੱਪਰ ਬੈਠ ਕਰਕੇ, ਐਸੀ ਸ਼ਾਂਤੀ ਵਾਲੀ ਜਗ੍ਹਾ ਵਿੱਚ ਬੈਠ ਕਰਕੇ ਜਿਹੜਾ ਸਿਮਰਨ ਕਰਨਾ ਹੈ। ਚੌਥੇ ਅੰਗ ਜੋਗ ਕਾ ਆਸਨ, ਇਹ
ਤੀਸਰਾ ਜੋ ਅੰਗ ਮਹਾਰਾਜ ਜੀਆਂ ਨੇ ਇਕਾਂਤ ਦੇਸ਼ ਦਾ ਸਿਰਫ ਇੰਨਾ ਹੀ ਦੱਸਿਆ ਹੈ ਕਿ ਜਦੋਂ ਵੀ ਗੁਰਬਾਣੀ ਪੜ੍ਹਨੀ ਹੈ ਤੇ ਅੰਮ੍ਰਿਤ ਵੇਲਾ ਸਾਂਭਣਾ ਹੈ। ਜਿਵੇਂ ਜਿਵੇਂ ਦਿਨ ਚੜ੍ਹਦਾ ਹੈ, ਸੂਰਜ ਚੜ੍ਹਦਾ ਹੈ, ਉਵੇਂ ਉਵੇਂ ਹੀ ਸੰਸਾਰ ਦਾ ਰੌਲਾ ਵੱਧਦਾ ਜਾਂਦਾ ਹੈ। ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ ਬੈਠ ਕਰਕੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ ਆਦਿਕ ਗੁਰਬਾਣੀਆਂ ਜੋ ਗੁਰਸਿੱਖਾਂ ਪੜ੍ਹਨੀਆਂ ਨੇ। ਸ਼ਾਮ ਨੂੰ ਸੂਰਜ ਢਲੇ ਤੋਂ ਰਹਿਰਾਸ ਸਾਹਿਬ, ਤਾਰਿਆਂ ਨਿਕਲਿਆ ਤੋਂ ਰਾਤ ਦੇ ਸਮੇਂ ਬਿਰਾਜਣ ਲੱਗੇ ਸਰਾਣੇ ਵਾਲੇ ਪਾਸੇ ਮੂੰਹ ਕਰਕੇ ਤੋਂ ਕੀਰਤਨ ਸੋਹਿਲੇ ਦੀ ਗੁਰਬਾਣੀ ਪੜ੍ਹਨੀ। ਭਾਵ ਜਦੋਂ ਵੀ ਗੁਰਬਾਣੀ ਨਿਤਨੇਮ ਆਦਿਕ ਕਰਨਾ ਹੈ, ਅੰਮ੍ਰਿਤ ਵੇਲਾ ਜਿੰਨੀ ਸਦਿਆਂ ਹੋ ਸਕੇ ਓਨਾ ਹੀ ਸ਼ਾਂਤੀ ਪ੍ਰਾਪਤ ਹੋਵੇਗੀ, ਓਨਾ ਹੀ ਆਨੰਦ ਜ਼ਿਆਦੇ ਆਵੇਗਾ। ਤੇ ਤੀਸਰਾ ਮਹਾਰਾਜ ਜੀਆਂ ਨੇ ਇਹ ਜੋ ਦੱਸਿਆ ਹੈ ਇਹ ਸ਼ਾਂਤੀ ਪੂਰਕ ਹੈ। ਚੌਥਾ ਅੰਗ ਜੋ ਕਸ਼ਟ ਯੋਗ ਦਾ ਹੈ ਉਹ ਹੈ ਆਸਨ। ਆਸਨਾਂ ਦੀ ਬਾਬਤ ਮਹਾਰਾਜ ਹੁਣ ਦੱਸ ਰਹੇ ਨੇ। ਕਹਿੰਦੇ ਵੇਦ ਗ੍ਰੰਥ ਔਰ ਜਗੀਸਰ ਭਾਵ ਜਿਹੜੇ ਤਪੀ ਗੁਣੀ ਤਪੀਸਰ ਮਹਾਂਪੁਰਖ ਲੋਕ ਨੇ ਇਹ ਆਸਨਾਂ ਦੀ ਬਾਬਤ ਦੱਸਦੇ ਨੇ। ਮਹਾਰਾਜ ਕਹਿੰਦੇ ਭਾਈ ਜਿੰਨੇ ਜੀਵ ਹਨ ਨਾ ਸੰਸਾਰ ਵਿੱਚ ਜਿੰਨੀਆਂ ਜੂਨਾਂ ਨੇ ਭਾਵ 84 ਲੱਖ ਜੂਨਾਂ ਨੇ ਉਹਨੇ ਹੀ ਆਸਨ ਜਾਣ ਲਵੋ। ਕੀੜੀ ਆਦਿਕ, ਮੱਛਰ ਆਦਿਕ, ਸ਼ੇਰ ਹਾਥੀ ਆਦਿਕ ਸਾਰੇ ਹੀ ਮਨੁੱਖ ਤੋਂ ਲੈ ਕਰਕੇ ਬਹਿੰਦੇ ਨੇ। ਜਿੰਨੇ ਵੀ ਜੀਵ ਜੰਤੂ 84 ਲੱਖ ਹਨ ਇਹ ਸਾਰੇ ਹੀ ਰਾਤ ਨੂੰ ਦਿਨੇ ਵਿਰਾਜਦੇ ਨੇ। ਉਹਨੇ ਹੀ ਆਸਨ ਜਾਣ ਲਵੋ। ਉਹਨੇ ਹੀ ਆਸਨ ਜਾਣ ਲਵੋ। ਜਿੰਨੀਆਂ ਜੂਨਾਂ ਨੇ 84 ਲੱਖ ਜੂਨਾਂ ਨੇ ਤੇ 84 ਆਸਨ ਹਨ। ਤਿੰਨ ਤੇ ਜੁਗਮ ਸਰੋਵਣ ਬੀਨੇ, ਤਿੰਨ ਤੇ ਜੁਗਮ ਸਰੋਵਣ ਬੀਨੇ। ਇਹਨਾਂ 84 ਲੱਖ ਜੂਨਾਂ ਦੇ ਵਿੱਚੋਂ ਕਿਤੇ 16 ਸ਼੍ਰੋਮਣੀ ਨੇ, ਕਿਤੇ 4 ਸ਼੍ਰੋਮਣੀ ਨੇ, ਪਰ 84 ਲੱਖ ਜੂਨਾਂ ਦੇ ਵਿੱਚੋਂ ਜਿਹੜੇ 2 ਆਸਨ ਹਨ, ਪਦਮ ਆਸਨ ਔਰ ਜਿਹੜੇ ਇੱਕ ਹੋਰ ਸਿੱਧ ਆਸਨ ਹੈ, ਸਿੱਧ ਆਸਨ ਤੇ ਪਦਮ ਆਸਨ, ਇਹ 84 ਆਸਨਾਂ ਦੇ ਵਿੱਚੋਂ ਸਾਰਿਆਂ ਤੋਂ ਪ੍ਰਮੁੱਖ ਮੰਨੇ ਗਏ ਹਨ। ਤੇ ਜਿਹੜੇ ਮਹਾਂਪੁਰਖ ਲੋਕ ਨੇ ਇਹਨਾਂ ਆਸਨਾਂ ਦੇ ਧਾਰਨੀ ਹੁੰਦੇ ਨੇ। ਜਿਹੜਾ ਸਿੱਧ ਆਸਨ ਹੈ ਤੇ ਪਦਮ ਆਸਨ ਹੈ ਇਹ ਇਹਨਾਂ ਦੇ ਨਾਮ ਹਨ। ਤੇ ਇਹਨਾਂ ਦੋਵਾਂ ਦੇ ਮਹਾਰਾਜ ਕਹਿੰਦੇ ਰਾਜਾ ਸ਼ਿਵਨਾਮ ਹੁਣ ਤੈਨੂੰ ਲੱਛਣ ਦੱਸਦੇ ਹਾਂ। ਹਾਂਜੀ ਕਹਿੰਦੇ ਧਰਤੀ ਨੂੰ ਖੋਦ ਕਰਕੇ ਨੀਵੀਂ ਕਰਕੇ ਉਹਦੇ ਵਿੱਚ ਕੋਮਲ ਕੋਮਲ ਘਾਹ ਵਿਛਾ ਕਰਕੇ, ਜਿਵੇਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਨਾਨਕਸਰ ਵਾਲੇ ਵਿਰਾਜਦੇ ਸਨ। ਧਰਤੀ ਤੋਂ ਨੀਵਾਂ ਟੋਹਾ ਪੱਟ ਕਰਕੇ ਉਹਦੇ ਵਿੱਚ ਕੋਮਲ ਘਾਹ ਵਿਛਾ ਕਰਕੇ ਚੌਂਕੜੇ ਮਾਰਦੇ ਸਨ। ਇਸੇ ਪ੍ਰਕਾਰ ਜੋ ਛਿਤ ਕਸ਼ ਖੋਦ ਕੁਸ਼ਕ ਧਰਤੀ ਨੂੰ ਖੋਦ ਕਰਕੇ ਮਿਰਤਲ ਤ੍ਰਿਣ ਪਾਏ ਉਹਦੇ ਉੱਪਰ ਕੋਮਲ ਘਾਹ ਵਿਛਾ ਕਰਕੇ ਤੇ ਉਸ ਦੇ ਉੱਪਰ ਕੋਈ ਵਸਤਰ, ਸੁੱਚਾ ਵਸਤਰ, ਚਿੱਟੇ ਰੰਗ ਦਾ ਆਦਿਕ ਵਸਤਰ ਵਿਛਾ ਕਰਕੇ ਵਿਰਾਜਦੇ ਹਨ। ਤੇ ਕਹਿੰਦੇ ਇਸ ਪ੍ਰਕਾਰ ਵਿਰਾਜਦੇ ਨੇ, ਚੌਂਕੜੇ ਮਾਰਦੇ ਨੇ, ਅੰਗਾਂ ਨੂੰ ਡੋਲਣ ਨਹੀਂ ਦਿੰਦੇ। ਆਦਿਕ ਅੱਡੀਆਂ ਦੇ ਉੱਪਰ ਹੋ ਕਰਕੇ ਬੈਠਦੇ ਨੇ। ਇਸ ਪ੍ਰਕਾਰ ਆਸਣ ਲਾਉਂਦੇ ਨੇ। ਕਹਿੰਦੇ ਏਦਾਂ ਹੀ ਆਪਣੀਆਂ ਇੰਦਰੀਆਂ ਨੂੰ ਸੰਕੋਚ ਕਰਕੇ ਤੇ ਨੱਕ ਵੱਲ ਸਿੱਧਾ ਧਿਆਨ ਧਰਦੇ ਨੇ। ਅੱਖਾਂ ਦੇ ਨਾਲ ਆਪਣੇ ਨੱਕ ਦੇ ਦਰਸ਼ਨ ਕਰਦੇ ਹੋਏ ਪਰਮੇਸ਼ਰ ਦਾ ਨਾਮ ਜਪਦੇ ਨੇ। ਕਹਿੰਦੇ ਇਹ ਸਿੱਧ ਆਸਣ ਕਿਹਾ ਜਾਂਦਾ ਹੈ। ਧਰਤੀ ਦੇ ਵਿੱਚ ਟੋਆ ਪੱਟ ਕਰਕੇ ਕੋਮਲ ਘਾਹ ਵਿਛਾ ਕਰਕੇ ਆਪਣੇ ਸੱਜੇ ਪੈਰ ਦੀ ਅੱਡੀ ਦੇ ਉੱਪਰ ਆਪਣੇ ਸਾਰੇ ਹੀ ਸਰੀਰ ਦਾ ਭਾਰ ਰੱਖ ਕਰਕੇ ਇਸ ਪ੍ਰਕਾਰ ਨੱਕ ਦੀ ਸਿਹਤ ਨੂੰ ਵੇਖਦਿਆਂ ਹੋਇਆਂ ਨਾਮ ਜਪਣਾ। ਕਹਿੰਦੇ ਇਹ ਸਿੱਧ ਆਸਣ ਅਖਵਾਉਂਦਾ ਹੈ। ਜਿਹੜੇ ਸ੍ਰੇਸ਼ਟ ਜੋਗੀ ਹਨ ਨਾ, ਜਿਹੜੇ 84 ਜੋਗੀ ਹਨ, ਜਿਹੜੇ ਬੜੇ ਸ੍ਰੇਸ਼ਟ ਹਨ, ਉਹ ਐਸਿਆਂ ਆਸਨਾਂ ਦੇ ਧਾਰਨੀ ਹਨ। ਜੋ ਪਈ ਤਾਏ ਪੱਗ ਪਰ ਧਰ ਕਰ ਪਾਵਾ
ਕਹਿੰਦੇ ਇਸੇ ਪ੍ਰਕਾਰ ਹੀ ਕਹਿੰਦੇ ਚੌਂਕੜਾ ਮਾਰ ਕਰਕੇ ਆਪਣੀਆਂ ਬਾਹਾਂ ਨੂੰ ਆਪਣੀਆਂ ਲੱਤਾਂ ਦੇ ਉੱਪਰ ਰੱਖ ਕਰਕੇ ਪਾਵੇ ਪਰ ਕਰ ਦਹਿਨ ਟਿਕਾਵਾ। ਮਹਾਰਾਜ ਰਾਜੇ ਸ਼ਿਵਨਾਥ ਨੂੰ ਦੱਸਦੇ ਨੇ ਕਿ ਰਾਜਾ ਸੱਜੇ ਪੱਟ ਉੱਪਰ ਖੱਬਾ ਪੈਰ, ਖੱਬੇ ਪੱਟ ਉੱਪਰ ਸੱਜਾ ਪੈਰ ਰੱਖ ਕਰਕੇ ਦੋਨੋਂ ਭੁਜਾ ਕੰਡ ਕਰ ਪਾਛੇ ਤੇ ਦੋਨੋਂ ਹੀ ਹੱਥਾਂ ਦੇ ਨਾਲ ਢੂਈ ਦੇ ਪਿਛਲੇ ਪਾਸੇ ਦੀ ਜਿਹੜਾ ਖੱਬੇ ਹੱਥ ਦਾ ਅੰਗੂਠਾ ਹੈ ਉਸ ਨੂੰ ਸੱਜੇ ਹੱਥ ਨਾਲ, ਜੋ ਸੱਜੇ ਪੈਰ ਦਾ ਅੰਗੂਠਾ ਹੈ ਉਸ ਨੂੰ ਖੱਬੇ ਹੱਥ ਦੇ ਨਾਲ ਪਕੜ ਕੇ ਕਹੇ ਅੰਗੂਠੇ ਪਾਕ ਦਿਲ ਆਛੇ। ਕਹਿੰਦੇ ਜਿਹੜੇ ਚੰਗੀ ਤਰ੍ਹਾਂ ਦੋਨਿਆਂ ਅੰਗੂਠਿਆਂ ਨੂੰ ਫੜ ਲੈਂਦੇ ਹਨ। ਤੋ ਕਿਤੋਂ ਨਾਸਕਾ ਧਿਆਨ ਕਹਿੰਦੇ ਨੱਕ ਦੀ ਸੇਧ ਨੂੰ ਧਿਆਨ ਧਰਨ ਕਰਕੇ ਕਰ ਵੈਸੇ ਪਦਮਾਸਨ ਜਾਨਾ। ਇਸ ਨੂੰ ਪਦ ਆਸਨ ਜਾਣਨਾ ਕਰੋ। ਅੰਗ ਪੰਚਮੋ ਪ੍ਰਾਣਾਯਾਮ। ਕਹਿੰਦੇ ਇਸ ਤੋਂ ਅੱਗੇ ਜਿਹੜਾ ਪ੍ਰਾਣਾਯਾਮ ਹੈ ਨਾ, ਅਗਲਾ ਜੋ ਮਹਾਰਾਜ ਪੰਜਵਾਂ ਦੱਸਣਗੇ ਕਸ਼ਟ ਯੋਗ ਦਾ, ਕਿ ਪ੍ਰਾਣਾਯਾਮ ਅੰਦਰ ਕੀ ਇਹਦੇ ਲੱਛਣ ਨੇ, ਕੀ ਇਹਦੇ ਵਿੱਚ ਸਤਿਗੁਰੂ ਜੀ ਗੁਣ ਦੱਸਣਗੇ। ਇਹ ਵਿਚਾਰਾਂ ਕੱਲ ਦੀਆਂ ਕਥਾ ਵਿਚਾਰਾਂ ਵਿੱਚ ਸ਼ਰਵਣ ਕਰਾਂਗੇ। ਅੱਜ ਦੀ ਇੱਥੇ ਹੀ ਸਮਾਪਤੀ ਹੈ, ਇੱਥੇ ਹੀ ਵਿਸ਼ਰਾਮ ਲੈਂਦੇ ਹਾਂ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਬਕ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਕਾ ਪਾਇਆ ਸਹਿਜ ਸੇਤੀ, ਮਨ ਵਜੀਆਂ ਬਾਗਾਈਆਂ। ਰਾਗ ਰਤਨ ਪਰਵਾਰ ਭਰੀਆ, ਸ਼ਬਦ ਗਾਵਣ ਆਇਆ। ਸ਼ਬਦ ਹੋਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਮ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰੀ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਜੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ। ਜਿਸ ਦੇਹ ਸੋ ਪਾਵਈ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵਈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੀਰੀ, ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਦੀ ਰਹਿ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਅਬ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਹੁ। ਜੈਸ ਦੀਆਂ ਇਹ ਵਡਿਆਈਆਂ, ਕਾਹੈ ਨਾਨਕ ਸੁਨਹੁ ਸੰਤ ਹੋ। ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ। ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ। ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਨੰਦ ਸੁਨਹੁ ਵਡ ਭਾਗੀ ਹੋ, ਸਕਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਰੂਪ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਭ ਸੇ ਪੂਰੇ, ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਭ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਪੂਰੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ, ਵਾਚੈ ਧਰਮ ਹਦੂਰ। ਕਰਨੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ